हाँ जी, गुड इवनिंग स्टूडेंट्स। हैप्पी चिल्ड्रंस डे ਸਭ ਨੂੰ। ਹੈਪੀ ਰਿਹਾ ਕਰੋ ਸਾਰੇ ਜਣੇ ਵਧੀਆ ਆਪਦੀ ਲਾਈਫ 'ਚ ਤਰੱਕੀ ਕਰੋ। ਸਾਰੇ ਕੁਐਸਚਨਸ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਕਰੋ ਆਪਦੀ ਲਾਈਫ ਦੇ ਵਿੱਚ, ਭਾਵੇਂ ਉਹ ਕੈਮਿਸਟਰੀ ਦੇ ਹੋਣ, ਫਿਜ਼ਿਕਸ ਦੇ ਹੋਣ, ਬਾਇਓ ਦੇ ਹੋਣ ਜਾਂ ਕਿਸੇ ਹੋਰ ਸਬਜੈਕਟ ਦੇ ਹੋਣ, ਜਾਂ ਫਿਰ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਹੈ, ਲਾਈਫ ਦੇ ਵਿੱਚ ਕੋਈ ਵੀ ਸਵਾਲ ਆਉਣ ਦਾ ਮਤਲਬ ਕੋਈ ਵੀ ਕਠਿਨਾਈ ਆਉਂਦੀ ਹੈ, ਉਹਨੂੰ ਤੁਸੀਂ ਆਪਦੀ ਲਾਈਫ ਦੇ ਵਿੱਚ ਈਜ਼ਲੀ ਹੈਂਡਲ ਕਰ ਸਕੋ, ਹੈ ਨਾ। ਤਾਂ ਗੋਡ ਬਲੈਸ ਯੂ ਸਾਰਿਆਂ ਨੂੰ। ਕੱਲ ਮੈਂ ਕੁਐਸਚਨਸ ਦਿੱਤੇ ਸੀ 2 ਲਾਸਟ ਤੇ 3rd ਤੇ 4th, ਇਹਨਾਂ ਦਾ ਆਨਸਰ ਕਮੈਂਟ ਕਰਨ ਲਈ ਕਿਹਾ ਸੀ। ਤਾਂ 3rd ਕੁਐਸਚਨ ਦਾ ਜਿਹੜਾ ਪੋਸਟੂਲੇਟ ਆਫ ਡੈਲਟਨ ਐਟੋਮਿਕ ਥਿਊਰੀ ਇਜ਼ ਦਾ ਰਿਜ਼ਲਟ ਆਫ ਦਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਜਿਹੜਾ ਆਨਸਰ ਆਏਗਾ ਆਪਣਾ ਰਾਜੇ ਉਹ ਆਏਗਾ ਐਟਮਸ ਆਰ ਇਨਡਿਵਿਜ਼ੀਬਲ ਪਾਰਟੀਕਲਸ ਵਿਚ ਕੈਨ ਨਾਟ ਬੀ ਕ੍ਰੀਏਟਡ ਔਰ ਡਿਸਟਰੋਇਡ ਇਨ ਅ ਕੈਮੀਕਲ ਰਿਐਕਸ਼ਨ। ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਪਿਛਲੀ ਕਲਾਸ ਦੇ ਵਿੱਚ। ਅਗਰ ਤੁਸੀਂ ਪਿਛਲੀ ਕਲਾਸ ਨਹੀਂ ਦੇਖੀ ਤਾਂ ਦੇਖ ਲਓ, ਤੁਹਾਨੂੰ ਕਲੀਅਰ ਹੋ ਜਾਏਗਾ ਇਹ ਵਾਲਾ ਆਨਸਰ ਕਿਉਂ ਆਇਆ ਇਹਦਾ। Which postulate of Dalton atomic theory can explain the law of definite proportion? The law of definite proportion ਆਪਾਂ ਨੂੰ ਪਤਾ ਹੈ ਕੀ ਹੁੰਦਾ ਹੈ ਕਿ ਕੋਈ ਵੀ ਐਲੀਮੈਂਟ ਹੈ, ਕੋਈ ਵੀ ਕੰਪਾਊਂਡ, ਕੋਈ ਵੀ ਮੋਲੀਕਿਊਲ ਹੈ, ਉਹ ਕਿਵੇਂ ਮਿਲਦਾ ਹੈ। H2O ਹੈਗਾ ਜਿੱਦਾਂ 1:8 ਦੇ ਵਿੱਚ ਅਗਰ ਇਹ ਬਾਏ ਇਹ ਮਾਸ ਮਿਲਦਾ ਹੈ, ਜਿੱਥੇ ਤੁਸੀਂ ਬੈਠੇ ਹੋ, ਮੰਨ ਲਓ ਤੁਸੀਂ ਪਟਿਆਲਾ ਬੈਠੇ ਹੋ ਜਾਂ ਚੰਡੀਗੜ੍ਹ ਬੈਠੇ ਹੋ, ਕਿਤੇ ਵੀ ਤਾਂ ਕੈਨੇਡਾ ਚਲੇ ਜਾਓਗੇ ਤਾਂ H2O ਦੀ ਜਿਹੜੀ ਪ੍ਰਪੋਰਸ਼ਨ ਰਹੇਗੀ ਬਾਏ ਮਾਸ ਉਹ 1:8 ਹੀ ਰਹੇਗੀ। ਇਹ ਕਹਿੰਦਾ ਸੀ ਡੈਫੀਨਿਟ ਪ੍ਰਪੋਰਸ਼ਨ ਵਾਲਾ। ਤਾਂ ਜਿਹੜਾ ਡੈਲਟਨ ਦਾ 6th ਜਿਹੜਾ ਪੋਸਟੂਲੇਟ ਸੀਗਾ, ਰਿਲੇਟਿਵ ਨੰਬਰ ਐਂਡ ਕਾਈਂਡ ਆਫ ਐਟਮਸ ਆਰ ਕਨਸਟੈਂਟ ਇਨ ਅ ਗਿਵਨ ਕੰਪਾਊਂਡ, ਇਹ ਕੀ ਹੈ, ਇਹ ਗੱਲ ਨੂੰ ਪ੍ਰੂਵ ਕਰਦਾ ਹੈ। ਅੱਗੇ ਚੱਲਾਂਗੇ। ਅੱਜ ਆਪਾਂ ਕਰਨਾ ਸੀਗਾ ਵਟ ਇਜ਼ ਐਨ ਐਟਮ। ਐਟਮ ਹੁੰਦਾ ਕੀ ਹੈ? ਐਟਮ ਹੁੰਦਾ ਕੀ ਹੈ? ਹੈਵ ਯੂ ਐਵਰ observed a mason building walls? ਕਹਿੰਦਾ ਤੁਸੀਂ ਕਦੇ ਕਿਸੇ ਮਜ਼ਦੂਰ ਨੂੰ ਵੇਖਿਆ ਹੈ ਕੰਧਾਂ ਬਣਾਉਂਦੇ ਹੋਏ? from these walls a room and then a collection of room to form building। ਕਹਿੰਦਾ ਇੱਕ ਮਜ਼ਦੂਰ ਪਹਿਲਾਂ ਕੰਧਾਂ ਬਣਾਉਂਦਾ ਹੈ, ਉਹ ਕੰਧਾਂ ਤੋਂ ਕਮਰੇ ਬਣਦੇ ਨੇ, ਉਹ ਕਮਰਿਆਂ ਤੋਂ ਇੱਕ ਵੱਡੀ ਸਾਰੀ ਬਿਲਡਿੰਗ ਬਣ ਜਾਂਦੀ ਹੈ। what is the building block of the huge building? ਇਹ ਵੱਡੀ ਸਾਰੀ ਬਿਲਡਿੰਗ ਦਾ ਇੱਕ ਛੋਟੀ ਜੀ ਇਕਾਈ, ਬਿਲਡਿੰਗ ਬਲੋਕ ਦਾ ਮਤਲਬ ਸਭ ਤੋਂ ਛੋਟੀ ਚੀਜ਼ ਜਿੰਦੇ ਤੋਂ ਇਹ ਬਿਲਡਿੰਗ ਖੜੀ ਹੋਈ ਹੈ, ਉਹ ਕੀ ਹੈ? ਤਾਂ ਉਹ ਇੱਕ ਬ੍ਰਿਕ ਹੈਗੀ ਹੈ, ਇੱਟ ਹੈਗੀ ਹੈ। ਬਿਲਕੁਲ। ਵਟ ਅਬਾਊਟ ਦਾ ਬਿਲਡਿੰਗ ਬਲੋਕ ਆਫ ਐਨ ਆਂਟ ਹਿਲ? ਜਿਹੜੀਆਂ ਛੋਟੀਆਂ ਕੀੜੀਆਂ ਨੇ ਉਹ ਛੋਟੇ ਪਹਾੜੀਆਂ ਜਿਹੀਆਂ ਬਣਾ ਲੈਂਦੀਆਂ ਨੇ ਦਾਣਿਆਂ ਨੂੰ ਇਕੱਠਾ ਕਰਕੇ। ਤਾਂ ਉਹਨਾਂ ਦਾ ਜਿਹੜਾ ਬਿਲਡਿੰਗ ਬਲੋਕ ਹੈ ਉਹ ਕੀ ਹੈ? ਗ੍ਰੇਨ ਆਫ ਸੈਂਡ। ਮਿੱਟੀ ਇਕੱਠੀ ਕਰਕੇ ਬਣਾ ਲੈਂਦੀਆਂ ਨੇ ਛੋਟੇ ਹਿਲਸ, ਦਾਣੇ ਇਕੱਠੇ ਕਰਕੇ, ਤਾਂ ਹਨਾ। ਸਿਮਿਲਰਲੀ the building blocks of all matter are atoms। ਤਾਂ ਸਾਰੇ ਦੇ ਸਾਰੇ ਮੈਟਰ, ਭਾਵੇਂ ਉਹ ਵੱਡਾ ਮੈਟਰ ਹੈ, ਭਾਵੇਂ ਉਹ ਛੋਟਾ ਮੈਟਰ ਹੈ, ਭਾਵੇਂ ਉਹ ਹਵਾਈ ਜਹਾਜ਼ ਹੈ, ਤੇ ਭਾਵੇਂ ਉਹ ਕੋਈ ਛੋਟਾ ਜਿਹਾ ਪੈਨ ਦਾ ਕੈਪ ਹੈ, ਉਹ ਵੀ ਕਾਹਦਾ ਬਣਿਆ ਹੋਇਆ ਹੈ? ਐਟਮਸ ਦਾ। ਕਾਹਦਾ ਬਣਿਆ ਹੈ? ਐਟਮਸ ਦਾ। ਜਿੱਦਾਂ ਬਿਲਡਿੰਗ ਇੱਟਾਂ ਦੀ ਬਣੀ ਹੈ, ਹਨਾ, ਵੱਡੀ ਸਾਰੀ ਬਿਲਡਿੰਗ ਹੈ ਪਰ ਛੋਟੀਆਂ ਇੱਟਾਂ ਜੋੜ ਕੇ ਬਣੀ ਹੈ, ਉਦਾਂ ਹਰੇਕ ਮੈਟਰ ਛੋਟੇ ਐਟਮਸ ਨੂੰ ਜੋੜ ਕੇ ਬਣਿਆ ਹੈ। ਹਾਊ ਬਿਗ ਆਰ ਐਟਮਸ? ਐਟਮਸ ਕਿੱਡੇ ਕੁ ਵੱਡੇ ਨੇ? ਕੀ ਐਟਮਸ ਦਾ ਸਾਈਜ਼ ਕੀ ਹੈ? ਥੋੜਾ ਜਿਹਾ ਇਹਦੇ ਬਾਰੇ ਆਪਾਂ ਪੜਾਂਗੇ। ਐਟਮਸ ਆਰ ਵੈਰੀ ਸਮੋਲ। ਕਹਿੰਦਾ ਐਟਮ ਬੜੇ ਹੀ ਜ਼ਿਆਦਾ ਸਮੋਲ ਹੈਗੇ ਨੇ। ਦੇ ਆਰ ਸਮੋਲਰ ਦੈਨ ਐਨੀਥਿੰਗ ਦੈਟ ਵੀ ਕੈਨ ਇਮੈਜਿਨ ਔਰ ਕੰਪੇਅਰ ਵਿਦ। ਕਹਿੰਦੇ ਆਪਣੇ ਕੋਲ ਕੋਈ ਚੀਜ਼ ਹੀ ਨਹੀਂ ਹੈਗੀ ਵੀ ਜਿਹਦੇ ਨਾਲ ਆਪਾਂ ਇਹਨਾਂ ਨੂੰ ਕੰਪੇਅਰ ਕਰਕੇ ਦੇਖ ਸਕੀਏ। ਦੇਖੋ, ਕਿਸੇ ਦੀ ਹਾਈਟ ਮੰਨ ਲਓ ਆਪਾਂ ਦੱਸਣੀ ਹੈ, ਆਪਾਂ ਕੀ ਕਰਦੇ ਹਾਂ? ਮੰਨ ਲਓ ਆ ਕੋਈ ਬੰਦਾ ਹੈ, ਇਹਦੀ ਹਾਈਟ ਹੈ 5 ਫੀਟ, ਤੇ ਆ ਕੋਈ ਬੰਦਾ ਹੈ, ਇਹਦੀ ਹਾਈਟ ਹੈ 3 ਫੀਟ। ਤੁਸੀਂ ਕੀ ਕਹੋਗੇ ਕੌਣ ਵੱਡਾ ਹੈ? ਆ ਵੱਡਾ ਹੋ ਗਿਆ। ਹੁਣ ਆ ਕੋਈ ਬੰਦਾ ਹੈ, ਇਹਦੀ ਹਾਈਟ 9 ਫੀਟ, ਕੀ ਕਹੋਗੇ ਕੌਣ ਵੱਡਾ ਹੈ? ਆ ਵੱਡਾ। ਤਾਂ ਕੰਪੇਅਰ ਕਰਦੇ ਪਿਆ, ਇਹਨੂੰ ਇਹਦੇ ਨਾਲ ਕੰਪੇਅਰ ਕਰ ਲਿਆ, ਜਦੋਂ ਇਹ ਨਹੀਂ ਹੈਗਾ ਸੀ ਤਾਂ ਆ ਵੱਡਾ ਸੀ, ਕਿਉਂਕਿ ਇਹਨੂੰ ਇਹਦੇ ਨਾਲ ਕੰਪੇਅਰ ਕਰਦੇ ਪਏ ਸੀ। ਤਾਂ ਐਟਮਸ ਨੂੰ ਸਾਈਜ਼ ਨੂੰ ਇੰਨਾ ਛੋਟਾ ਹੈ ਕਿ ਆਪਣੇ ਕੋਲ ਕੋਈ ਚੀਜ਼ ਹੀ ਨਹੀਂ ਹੈਗੀ ਜਿਹਦੇ ਨਾਲ ਆਪਾਂ ਕੰਪੇਅਰ ਕਰ ਸਕੀਏ ਉਹਨੂੰ। more than millions of atoms when stacked would make a layer barely as thick as this sheet of paper। ਕਹਿੰਦਾ ਜਿਹੜੇ ਤੁਹਾਡੀ ਬੁੱਕ ਦਾ, ਜਿਹੜੀ ਤੁਸੀਂ ਹੱਥ ਦੇ ਵਿੱਚ ਨੋਟਬੁੱਕ ਫੜੀ ਹੈ ਜਾਂ ਬੁੱਕ ਫੜੀ ਹੈ, ਉਹਦਾ ਜਿਹੜਾ ਪੇਪਰ ਹੈ ਨਾ, ਪੇਪਰ ਇੱਕ ਕਾਗਜ਼, ਜੇ ਆਪਾਂ ਵਾਧੂ ਸਾਰੇ ਮਿਲੀਅਨਸ ਆਫ ਐਟਮਸ ਨੂੰ ਉੱਪਰ ਲਗਾਈ ਜਾਵਾਂਗੇ ਨਾ, ਫਿਰ
ਕਿਤੇ ਜਾ ਕੇ ਮਸਾਂ ਕਿਤੇ ਜਾ ਕੇ ਜਿਹੜਾ ਉਹ ਸ਼ੀਟ ਇੱਕ ਜਿਹੜੀ ਪੇਪਰ ਦੀ ਹੈ ਉਹ ਬਣੇਗੀ। ਮਤਲਬ ਵਾਧੂ ਸਾਰੇ ਐਟਮਸ ਚਾਹੀਦੇ ਨੇ, ਬੜੇ ਹੀ ਜ਼ਿਆਦਾ ਅਣਗਿਣਤ ਐਟਮਸ ਚਾਹੀਦੇ ਨੇ ਇੱਕ ਛੋਟੀ ਜੀ ਚੀਜ਼ ਨੂੰ ਬਣਾਉਣ ਲਈ। ਇੱਕ ਛੋਟੀ ਜੀ ਚੀਜ਼ ਨੂੰ ਬਣਾਉਣ ਲਈ ਤਾਂ ਤੁਸੀਂ ਸਮਝ ਸਕਦੇ ਹੋ ਬੜਾ ਹੀ ਜ਼ਿਆਦਾ ਛੋਟਾ ਸਾਈਜ਼ ਹੋਏਗਾ ਐਟਮ ਦਾ, ਬੜਾ ਹੀ ਜ਼ਿਆਦਾ ਛੋਟਾ, ਹੈ ਨਾ। ਐਟੋਮਿਕ ਰੇਡੀਅਸ ਇਜ਼ ਮੈਜ਼ਰਡ ਇਨ ਨੈਨੋਮੀਟਰ। ਐਟਮ ਦਾ ਰੇਡੀਅਸ, ਜਿਵੇਂ ਆਪਣੇ ਕੋਲ ਸਰਕਲ ਹੁੰਦੇ ਨੇ, ਹੈ ਨਾ, ਤੁਸੀਂ ਮੈਥਸ ਦੇ ਵਿੱਚ ਕੀਤਾ ਹੋਏਗਾ ਸਰਕਲ, ਸੈਂਟਰ ਜੋ ਪਾਸ ਹੁੰਦੀ ਲਾਈਨ ਨੂੰ ਆਪਾਂ ਡਾਇਆਮੀਟਰ ਕਹਿ ਦਿੰਦੇ ਆ। ਆਹ ਵਾਲਾ ਡਾਇਆਮੀਟਰ ਦਾ ਹਾਫ ਆਪਣੇ ਕੋਲ ਰੇਡੀਅਸ ਹੁੰਦਾ, ਠੀਕ ਹੈ। ਉਵੇਂ ਹੀ ਐਟਮਸ ਦਾ ਜਿਹੜਾ ਰੇਡੀਅਸ ਹੈ ਉਹਨੂੰ ਆਪਾਂ ਮੈਜ਼ਰ ਕਰਦੇ ਹਾਂ ਕਿੰਦੇ ਵਿੱਚ, ਨੈਨੋਮੀਟਰਸ, ਠੀਕ ਹੈ। 1 ਮੀਟਰ 10⁹ ਨੈਨੋਮੀਟਰ ਦੇ ਬਰਾਬਰ ਹੁੰਦਾ ਹੈ, ਠੀਕ ਹੈ। ਰਿਲੇਟਿਵ ਸਾਈਜ਼ਸ ਰੇਡੀਆਈ ਇਨ ਮੀਟਰ। ਐਗਜ਼ਾਮਪਲ, ਐਟਮ ਆਫ ਹਾਈਡਰੋਜਨ ਦਾ ਜਿਹੜਾ ਰੇਡੀਅਸ ਦਿੱਤਾ ਹੈ ਮੀਟਰ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਹੈ 10⁻⁻10, ਮਤਲਬ 1/10⁻10, ਠੀਕ ਹੈ। 0.000000 10 ਜ਼ੀਰੋਆਂ ਤੋਂ ਬਾਅਦ ਕਿਧਰੇ ਜਾ ਕੇ 1 ਆਣਾ ਹੈ, 9 ਜ਼ੀਰੋਆਂ ਤੋਂ ਬਾਅਦ ਜਾ ਕੇ ਕਿਧਰੇ ਜਾ ਕੇ 1 ਆ ਜਾਣਾ, ਠੀਕ ਹੈ। ਮੋਲੀਕੂਲ ਆਫ ਵਾਟਰ H2O, ਆਪਾਂ ਸਾਰਿਆਂ ਨੂੰ ਪਤਾ ਹੈ H2O ਕੀ ਹੈ, ਬਲੂ ਹੈ ਪਾਣੀ, ਪਾਣੀ। ਇਹਦਾ ਮੋਲੀਕੂਲ, ਅਗਰ ਇੱਕ ਮੋਲੀਕੂਲ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਰੇਡੀਅਸ ਹੈਗਾ ਹੈ, ਉਹਦੇ ਐਟਮ ਦਾ ਰੇਡੀਅਸ ਜਿਹੜਾ ਹੈਗਾ ਹੈ, ਹਨਾ, ਉਹਦਾ ਕੀ ਹੈ 10⁻⁹। ਮੋਲੀਕੂਲ ਆਫ ਹੈਮੋਗਲੋਬਿਨ, ਆਪਣੇ ਜਿਹੜਾ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈਮੋਗਲੋਬਿਨ, ਹਨਾ, 10⁻⁸ ਸੋਰੀ। ਗ੍ਰੇਨ ਆਫ ਸੈਂਡ, ਇਹਦੇ ਵਿੱਚ ਜਿਹੜੇ ਐਟਮਸ ਹੈਗੇ ਨੇ ਉਹਨਾਂ ਦਾ ਜਿਹੜਾ ਰੇਡੀਅਸ ਹੈ ਇੰਨਾ ਕੁ ਜ਼ਿਆਦਾ ਛੋਟਾ 10⁻⁴। ਆਂਟ, ਇੱਕ ਕੀੜੀ ਹੈ ਜਿਹੜੀ 10⁻²। ਵਾਟਰਮੈਲਨ 10⁻⁻1, ਜਿਹੜੇ ਉਹਦੇ ਵਿੱਚ ਆਪਾਂ ਰਿਲੇਟਿਵ ਸਾਈਜ਼ਸ ਦੀ ਗੱਲ ਕਰੀਏ ਤਾਂ we might think that if atoms are so insignificant in size, why should we care about them? ਕਹਿੰਦਾ ਜੇ ਐਟਮ ਇੰਨਾ ਹੀ ਜ਼ਿਆਦਾ ਛੋਟਾ ਹੈਗਾ ਤਾਂ ਆਪਾਂ ਇਹਦੇ ਬਾਰੇ ਕੇਅਰ ਕਿਉਂ ਕਰੀਏ, ਹੈ ਨਾ, ਕਿਉਂ ਕੇਅਰ ਕਰੀਏ। This is because our entire world is made up of atoms। ਕਹਿੰਦੇ ਆਪਣਾ ਸਾਰਾ ਦੀ ਸਾਰੀ ਦੁਨੀਆ ਕਾਹਦੀ ਬਣੀ ਹੋਈ ਹੈ, ਐਟਮਸ ਦੀ। We may not be able to see them, ਆਪਾਂ ਇਹਨਾਂ ਨੂੰ ਵੇਖ ਨਹੀਂ ਸਕਦੇ, but they are there, ਉਹ ਉੱਥੇ ਹੀ ਹੈਗੇ ਨੇ। ਤੁਹਾਡੇ ਪੈਨ ਦੇ ਵਿੱਚ, ਤੁਹਾਡੇ ਹੱਥ ਦੇ ਵਿੱਚ ਜਿਹੜਾ ਪੈਨ ਫੜਿਆ ਇਹ ਵੀ ਐਟਮਸ ਤੋਂ ਬਣਿਆ ਹੈ, ਐਂਡ ਕਨਸਟੈਂਟਲੀ ਅਫੈਕਟਿੰਗ ਵਟਐਵਰ ਵੀ ਡੂ। ਤੇ ਕਹਿੰਦਾ ਇਹਨੂੰ ਇਫੈਕਟ ਪੈਂਦਾ ਹੈ ਤਾਂ ਆਪਣਾ ਕੰਮ ਵੀ ਤੇ ਵੀ ਇਫੈਕਟ ਪੈਂਦਾ, ਜਾਂ ਫਿਰ ਆਪਣੇ ਕੰਮ ਕਰਨ ਦੇ ਨਾਲ ਇਹਨਾਂ ਤੇ ਵੀ ਇਫੈਕਟ ਪੈਂਦਾ ਹੈ। ਮੰਨ ਲਓ ਇੱਕ ਘਰ ਹੈ, ਉਹਦੀ ਕੰਧ ਹੈਗੀ, ਕੰਧ ਇੱਟਾਂ ਦੀ ਬਣੀ ਹੈ। ਆਪਾਂ ਆ ਮੰਨ ਲਓ ਇੱਕ ਦੀਵਾਰ ਹੈ, ਇਹਦੀ ਇੱਟਾਂ, ਮੰਨ ਲਓ ਮੈਂ ਥਲੜੀਆਂ ਇੱਟਾਂ ਕੱਢਣੀਆਂ ਸ਼ੁਰੂ ਕਰਦਾ ਸਾਰੀਆਂ, ਆ ਕੱਢਦੀ 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 ਕੱਢ, ਤੁਹਾਨੂੰ ਲੱਗਦਾ ਦੀਵਾਰ ਡਿੱਗ ਜਾਏਗੀ, ਤਾਂ ਇਫੈਕਟ ਹੁੰਦਾ ਨਾ, ਇਫੈਕਟ ਪੈਂਦਾ। ਉਦਾਂ ਤਰ੍ਹਾਂ ਹੀ ਆਪਾਂ ਜੋ ਵੀ ਕੰਮ ਕਰਦੇ ਆ ਉਹਦਾ ਇਫੈਕਟ ਐਟਮਸ ਤੇ ਪੈਂਦਾ ਹੈ, ਠੀਕ ਹੈ। ਥਰੂ ਮਾਡਰਨ ਟੈਕਨੀਕਸ, ਅੱਜ ਕੱਲ੍ਹ ਦੀਆਂ ਮਾਡਰਨ ਟੈਕਨੀਕਸ ਜਿਹੜੀਆਂ ਆ ਗਈਆਂ ਨੇ, ਮਾਈਕਰੋਸਕੋਪਸ ਆ ਗਏ ਨੇ, ਇੰਨੇ ਵਧੀਆ ਵਧੀਆ ਮਾਈਕਰੋਸਕੋਪਸ ਆ ਗਏ ਨੇ। ਵੀ ਕੈਨ ਨਾਓ ਪ੍ਰੋਡਿਊਸ ਮੈਗਨੀਫਾਈਡ ਇਮੇਜਸ ਆਫ ਸਰਫੇਸ ਆਫ ਐਲੀਮੈਂਟ ਸ਼ੋਇੰਗ ਐਟਮਸ। ਕਹਿੰਦਾ ਆਪਣੇ ਕੋਲੋਂ ਤਰੀਕੇ ਹੈਗੇ ਨੇ ਕਿ ਆਪਾਂ ਜਿਹੜੀਆਂ ਨੇ ਐਟਮਸ ਦੀਆਂ ਇਮੇਜਸ ਨੂੰ ਬੜੇ ਵੱਡਾ ਕਰਕੇ ਆਪਾਂ ਦੇਖ ਸਕਦੇ ਹਾਂ। ਉਹਦੀ ਇੱਕ ਐਗਜ਼ਾਮਪਲ ਵੀ ਆ ਦਿੱਤੀ ਹੋਈ ਹੈ, ਐਨ ਇਮੇਜ ਆਫ ਦਾ ਸਰਫੇਸ ਆਫ ਸਿਲੀਕਨ। ਸਿਲੀਕਨ ਹੈਗਾ, ਉਹਦੇ ਐਟਮਸ ਦੀ ਜਿਹੜੀ ਇਮੇਜ ਹੈ ਮੈਗਨੀਫਾਈਡ ਇਮੇਜ ਹੈ, ਉਹਨਾਂ ਨੇ ਦਿਖਾਈ ਹੋਈ ਹੈ। What are the modern day symbols of atoms of different elements? ਕਿਹੜੇ ਸਿੰਬਲਸ ਯੂਜ਼ ਕਰਦੇ ਆ ਆਪਾਂ ਅੱਜ ਕੱਲ ਕਿਸੇ ਵੀ ਐਟਮ ਨੂੰ ਦੱਸਣ ਲਈ। Dalton was the first scientist to use the symbols for element in a very specific sense। ਇਹ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣਾ ਚਾਹਾਂਗਾ, ਇਹ ਹੈਗਾ ਕਿ ਇਹ ਸਿੰਬਲ ਆਪਾਂ ਕੀ ਕਰਦੇ ਆ ਰਾਜੇ, ਕੋਈ ਐਟਮ ਹੋਏਗਾ ਨਾ, ਇੱਕ ਬੰਦਾ ਮਟੇਰੀਅਲ, ਕੋਈ ਐਟਮ ਹੈਗਾ, ਮੰਨ ਲਓ ਕੋਈ ਵੀ ਚੀਜ਼ ਹੈਗੀ, ਮੰਨ ਲਓ ਤੁਹਾਡੇ ਹੱਥ ਦੇ ਵਿੱਚ ਪੈਨ ਹੈਗਾ, ਉਹ ਜਿਹੜੇ ਐਟਮਸ ਦਾ ਬਣਿਆ ਹੋਇਆ ਹੈ ਉਹ ਅਲੱਗ ਐਟਮ ਹੋਣਗੇ। ਤੁਹਾਡੇ ਕੋਲ ਜਿਹੜਾ ਫੋਨ ਹੈ, ਫੋਨ ਦੀ ਸਕਰੀਨ ਦੇ ਅਲੱਗ ਐਟਮਸ ਹੋਣਗੇ, ਹਨਾ। ਤੁਹਾਡੇ ਘਰੇ ਬਾਲਟੀ ਹੋਏਗੀ, ਉਹ ਅਲੱਗ ਐਟਮਸ ਤੋਂ ਬਣੀ ਹੋਏਗੀ। ਮਤਲਬ ਹਰੇਕ ਚੀਜ਼ ਅਲੱਗ-ਅਲੱਗ ਐਟਮਸ ਤੋਂ ਬਣੀ ਹੋਈ ਹੈ, ਠੀਕ ਹੈ। ਤਾਂ ਇਹਨਾਂ ਐਟਮਸ ਨੂੰ ਆਪਾਂ ਅਲੱਗ-ਅਲੱਗ ਸਿੰਬਲਸ ਦਿੱਤੇ ਨੇ ਤਾਂ ਕਿ ਇਹਨਾਂ ਨੂੰ ਪੜ੍ਹਨਾ, ਯੂਜ਼ ਕਰਨਾ, ਹਨਾ, ਸਾਇੰਟੀਫਿਕ ਲੈਂਗੁਏਜ ਦੇ ਵਿੱਚ ਯੂਜ਼ ਕਰਨਾ ਜਿਹੜਾ ਹੈ ਈਜ਼ੀ ਹੋਵੇ।
ਤਾਂ ਡੈਲਟਨ ਜਿਹੜਾ ਸੀ ਫਸਟ ਸਾਇੰਟਿਸਟ ਸੀਗਾ ਜਿਹਨੇ ਯੂਜ਼ ਕੀਤਾ ਸਿੰਬਲ ਐਲੀਮੈਂਟਸ ਵਾਸਤੇ ਇਨ ਅ ਵੈਰੀ ਸਪੈਸੀਫਿਕ ਸੈਂਸ। ਉਹਨੇ ਆਪਦਾ ਹੀ ਇੱਕ ਰੂਲ ਜਿਹਾ ਬਣਾਇਆ, ਉਹਨੇ ਉਸ ਹਿਸਾਬ ਨਾਲ ਉਹਨਾਂ ਨੂੰ ਯੂਜ਼ ਕੀਤਾ। ਦੇਖਦੇ ਹਾਂ ਕੀ ਕੀਤਾ। When he used a symbol for an element, he also meant a definite quantity of that element, that is one atom of that element। ਜਦੋਂ ਉਹਨੇ ਸਿੰਬਲ ਯੂਜ਼ ਕੀਤੇ ਤਾਂ ਉਹਨੇ ਉਸ ਐਲੀਮੈਂਟ ਦਾ ਇੱਕੋ ਐਟਮ ਦੱਸਿਆ। Berzelius suggested the symbols of element be made from one or two letters of the name of the element। Berzelius ਬਾਅਦ ਚੋਂ ਆਇਆ, ਪਹਿਲਾਂ ਡਾਲਟਨ ਦੀ ਗੱਲ ਕਰਦੇ ਆ। ਜਿਹੜੇ ਡਾਲਟਨ ਨੇ ਸਿੰਬਲ ਦਿੱਤੇ ਸੀ ਆ ਨੇ ਸਿੰਬਲ ਫॉर some elements as proposed by Dalton। ਸਭ ਤੋਂ ਪਹਿਲਾਂ ਹਾਈਡਰੋਜਨ ਨੂੰ ਇਹ ਲਿਖਦਾ ਸੀ ਇੱਕ ਸਰਕਲ ਲਗਾ ਕੇ, ਇਹਦੇ ਸੈਂਟਰ 'ਚ ਡੋਟ ਲਗਾ ਕੇ। ਕਾਰਬਨ ਦਾ ਤੁਸੀਂ ਦੇਖ ਸਕਦੇ ਹੋ, ਆਕਸੀਜਨ ਦਾ ਸਿਰਫ ਸਿੰਗਲ ਸਰਕਲ, ਫਾਸਫੋਰਸ ਦਾ ਸਰਕਲ ਲਗਾ ਕੇ ਇਦਾਂ ਲਾਈਨਸ, ਸਲਫਰ ਦਾ ਵਿੱਚ ਇੱਕ ਪਲੱਸ ਦਾ ਸਾਈਨ, ਆਇਰਨ ਦਾ ਸਰਕਲ ਲਗਾ ਕੇ ਵਿੱਚ I, ਕਾਪਰ ਦਾ ਸਰਕਲ ਲਗਾ ਕੇ C, ਹਨਾ। ਅਲੱਗ-ਅਲੱਗ ਉਹਨੇ ਜਿਹੜੇ ਨੇ ਸਿੰਬਲਸ ਨੇ ਆ ਜਿਹੜੇ ਸਾਰੇ ਦਿੱਤੇ। ਉਸ ਤੋਂ ਬਾਅਦ ਆ ਗਿਆ ਬਰਜ਼ੀਲੀਅਸ, ਇਹਨੇ ਨਾਮ ਸੁਜੈਸਟ ਕੀਤੇ। ਇਹ ਕਹਿੰਦਾ ਸਿੰਬਲਸ ਜੇ ਯੂਜ਼ ਕਰਨੇ ਔਖੇ ਨੇ, ਕਾਪੀ ਤੇ ਬਣਾਉਣੇ ਔਖੇ ਨੇ। ਜਿਵੇਂ ਹੁਣ ਕਾਰਬਨ ਦੇ ਵਿੱਚ ਕਲਰ ਹੈਗਾ, ਹੁਣ ਨੋਟਬੁੱਕ ਤੇ ਆਪਾਂ ਨਾਲ ਕਲਰ ਵੀ ਕਰਨਾ ਪਏਗਾ ਵਿੱਚ ਸਕਾਈ ਜਾਂ ਗ੍ਰੇ ਜਾਂ ਹਨਾ, ਤਾਂ ਇਹ ਕਰਨਾ ਪੋਸੀਬਲ ਜਾਂ ਨਹੀਂ ਸੀਗਾ। ਤਾਂ ਕਰਕੇ ਇਹਨਾਂ ਨੇ ਕੀ, ਬਰਜ਼ੀਲੀਅਸ ਆਇਆ, ਇਹਨੇ ਲੈਟਰਸ ਦੇ ਦਿੱਤੇ। ਹਰੇਕ ਐਟਮ ਦੇ ਸਿੰਬਲ ਨੂੰ ਲੈਟਰ ਨਾਲ ਰਿਪਰੈਜ਼ੈਂਟ ਕਰਨਾ ਸ਼ੁਰੂ ਕਰਤਾ। ਇਨ ਦਾ ਬਿਗਨਿੰਗ the names of elements were derived from the name of the place where they were found for the first time। ਇਹ ਸ਼ੁਰੂ ਤੋਂ ਇਹਨਾਂ ਨੇ ਕੀ ਕੀਤਾ ਵੀ ਜਿੱਥੋਂ ਐਲੀਮੈਂਟ ਨੇਮ ਆਫ ਦਾ ਪਲੇਸ ਵੇਅਰ ਦੇ ਵਰ ਫਾਊਂਡ ਫॉर द फर्स्ट टाइम, ਉਹਨਾਂ ਨੇ ਉਸ ਜਗ੍ਹਾ ਦੇ ਨਾਮ ਤੇ ਰੱਖਣ ਲੱਗ ਗਏ ਇਹਨਾਂ ਦੇ ਨਾਮ। ਫੋਰ ਐਗਜ਼ਾਮਪਲ the name copper was taken from Cyprus, some names were taken from specific colors। ਕਹਿੰਦੇ ਉਹਨਾਂ ਨੇ ਜਿਵੇਂ ਕੋਪਰ ਸਾਈਪਰਸ ਨਾਮ ਦੀ ਕੋਈ ਜਗ੍ਹਾ ਹੈਗੀ ਸੀ, ਉੱਥੋਂ ਪਾਇਆ ਗਿਆ ਸੀ ਸਭ ਤੋਂ ਪਹਿਲਾਂ, ਤਾਂ ਇਹਦਾ ਨਾਮ ਕੋਪਰ ਹੀ ਰੱਖ ਦਿੱਤਾ। ਠੀਕ ਹੈ, ਇਹਦਾ ਨਾਮ ਸਾਈਪਰਸ ਰੱਖ ਦਿੱਤਾ ਕਿਉਂਕਿ ਕੋਪਰ ਸਭ ਤੋਂ ਪਹਿਲਾਂ ਸਾਈਪਰਸ 'ਚ ਪਾਇਆ ਗਿਆ, ਉਹ ਕਹਿੰਦੇ ਤਾਂ ਇਹਦਾ ਨਾਮ ਸਾਈਪਰਸ ਰੱਖਦਾ। ਕੁਝ ਦਾ ਨਾਮ ਉਹਨਾਂ ਨੇ ਕਲਰਸ ਦੇ ਬੇਸ ਤੇ ਰੱਖਤਾ, ਜਿਵੇਂ ਗੋਲਡ ਵਾਸ ਟੇਕਨ ਫਰੋਮ ਦਾ ਇੰਗਲਿਸ਼ ਵਰਡ ਮੀਨਿੰਗ ਯੈਲੋ। ਨਾਊਅਡੇਜ਼ IUPAC ਇਹਦੀ ਫੁੱਲ ਫਾਰਮ ਯਾਦ ਰੱਖਿਆ ਜੇ, ਕਈ ਵਾਰੀ ਪੁੱਛ ਲੈਂਦੇ ਨੇ। ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ ਅਪਰੂਵਸ ਨੇਮਸ ਆਫ ਦਾ ਐਲੀਮੈਂਟ। ਇਹ ਆਏ IUPAC ਆਈ, ਇਹਨੇ ਜਿਹੜੇ ਨੇਮ ਨੇ ਐਲੀਮੈਂਟਸ ਦੇ ਉਹ ਇਹਨੇ ਕੀ ਹੈ ਪੱਕੇ ਤੌਰ ਤੇ ਦੇ ਦਿੱਤੇ। ਮੈਨੀ ਆਫ ਦਾ ਸਿੰਬਲ ਆਰ ਦਾ ਫਸਟ ਵਨ ਔਰ ਟੂ ਲੈਟਰ ਆਫ ਦਾ ਐਲੀਮੈਂਟ ਨੇਮ ਇਨ ਇੰਗਲਿਸ਼। ਵਾਧੂ ਸਾਰੇ ਸਿੰਬਲ ਦੇ ਨਾਮਸ ਕਿਵੇਂ ਦਿੱਤੇ ਗਏ, ਉਸ ਐਟਮ ਦਾ ਪਹਿਲਾ ਨਾਮ, ਜਿਵੇਂ ਹਾਈਡਰੋਜਨ ਹੈਗਾ, ਹਾਈਡਰੋਜਨ ਦਾ ਜਿਹੜਾ ਐਟਮਸ ਲਈ ਸਿੰਬਲ ਹੈਗਾ ਉਹ ਹੈਗਾ H, ਇਹਦਾ ਪਹਿਲਾ ਜਿਹੜਾ ਹੈ ਲੈਟਰ ਚੱਕ ਲਿੱਤਾ ਗਿਆ। ਉਸ ਤੋਂ ਬਾਅਦ ਜੇ ਐਗਜ਼ਾਮਪਲ ਦੇਵਾਂ ਐਲੂਮੀਨੀਅਮ ਦੀ, ਐਲੂਮੀਨੀਅਮ, ਇਹਦਾ ਪਹਿਲਾ ਵਰਡ A ਤੇ L, ਇਦਾਂ ਤਰ੍ਹਾਂ ਇਹਨਾਂ ਨੇ ਸਿੰਬਲ ਦੇ ਦਿੱਤੇ। The first letter of a symbol is always written as capital। ਕਹਿੰਦਾ ਪਹਿਲਾ ਲੈਟਰ ਹਮੇਸ਼ਾ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ, ਕੈਪੀਟਲ ABCD ਦੇ ਵਿੱਚ ਲਿਖਿਆ ਜਾਏਗਾ ਪਹਿਲਾ। ਐਂਡ the second letter as a small letter, ਤੇ ਦੂਸਰਾ ਹਮੇਸ਼ਾ ਛੋਟਾ। ਐਲੂਮੀਨੀਅਮ ਨੂੰ ਐਵੇਂ ਲਿਖ ਸਕਦੇ ਆ, ਐਵੇਂ ਲਿਖਣਾ ਨਹੀਂ, ਨਾ ਲਿਖਣਾ ਐਵੇਂ ਤੇ ਨਾ ਲਿਖਣਾ ਐਵੇਂ। ਹਮੇਸ਼ਾ ਕਿਵੇਂ ਲਿਖਾਂਗੇ, ਫਸਟ ਜਿਹੜਾ ਹੈ ਵੱਡਾ, ਅਗਲਾ ਜਿਹੜਾ ਹੈ ਛੋਟਾ। ਐਗਜ਼ਾਮਪਲਸ ਦੇਖਦੇ ਹਾਂ। ਹਾਈਡਰੋਜਨ H, ਐਲੂਮੀਨੀਅਮ AL, ਨੋਟ ਵੱਡਾ A L, ਇਦਾਂ ਨਹੀਂ ਲਿਖਣਾ। ਕੋਬਾਲਟ C ਨਾਲ ਛੋਟੀ ਹੋ, ਨਾ ਕਿ C ਦੇ ਨਾਲ ਵੱਡੀ ਹੋ। ਠੀਕ ਹੈ, ਇਹਨਾਂ ਦੇ ਫਿਰ ਮੀਨਿੰਗ ਹੋਰ ਹੋ ਜਾਂਦੇ ਨੇ, ਤਾਂ ਕਰਕੇ ਆਪਾਂ ਇਹਨੂੰ ਇਦਾਂ ਨਹੀਂ ਲਿਖਣਾ। ਸਮਝ ਲੱਗੀ ਬੱਚੇ? Symbols of some elements are formed from the first letter of the name and letter appearing later in the name। ਕਹਿੰਦਾ ਸਿੰਬਲਸ ਕੁਝ ਐਟਮਸ ਦਾ ਕਿਵੇਂ ਬਣਿਆ, ਪਹਿਲਾ ਨਾਮ, ਪਹਿਲਾ ਲੈਟਰ ਤੇ ਇਹੋ ਜਿਹਾ ਕੋਈ ਲੈਟਰ ਜਿਹੜਾ ਉਹਨਾਂ ਦੇ ਨਾਮ ਦੇ ਵਿੱਚ ਬਾਅਦ ਚੋਂ ਵੀ ਕੋਈ ਆਂਦਾ ਪਿਆ ਸੀ। ਜਿਵੇਂ ਕੋਲਰੀਨ ਦੇ ਵਿੱਚ, ਕੋਲਰੀਨ ਦਾ ਜਿਹੜਾ ਸਿੰਬਲ ਹੈ ਨਾ ਰਾਜੇ C ਤੇ L ਹੈਗਾ। C ਲਿਆ ਗਿਆ ਪਹਿਲਾ ਲੈਟਰ, L ਲਿਆ ਗਿਆ ਬਾਅਦ ਚੋਂ, H ਨਹੀਂ ਗਾ, L ਲਿੱਤਾ। ਜ਼ਿੰਕ ਦਾ ZN ਹੈ, Z ਛੋਟੀ n, ਜ਼ਿੰਕ, ਤੇ ਬਾਅਦ ਚੋਂ ਕੋਈ ਲੈਟਰ ਆਇਆ ਉਹਦੇ ਵਿੱਚ। ਸਮਝੇ? Other symbols have been taken from the names of elements in Latin, German or Greek। ਕਹਿੰਦੇ ਕੁਝ ਐਵੇਂ ਦੇ ਸਿੰਬਲਸ ਵੀ ਨੇ ਐਟਮਸ ਨੇ ਜਿਨ੍ਹਾਂ ਦੇ ਸਿੰਬਲ ਲੈਟਿਨ
ਤੋਂ ਲਏ ਗਏ ਨੇ, ਜਰਮਨ ਤੋਂ, ਗ੍ਰੀਕ ਤੋਂ। ਫੋਰ ਐਗਜ਼ਾਮਪਲ ਦਾ ਸਿੰਬਲ ਆਫ ਆਇਰਨ ਇਜ਼ Fe। ਆਇਰਨ ਦਾ ਸਿੰਬਲ ਹੈਗਾ Fe। ਫਰੋਮ ਇਟਸ ਲੈਟਿਨ ਨੇਮ ਫੈਰਮ। ਕਿੱਥੋਂ ਆਇਆ ਇਹਦਾ ਨਾਮ? ਇਹ Fe ਫੈਰਮ ਤੋਂ। ਸੋਡੀਅਮ ਨੂੰ Na ਕਹਿੰਦੇ ਆ ਕਿਉਂਕਿ ਇਹ ਨੇਟਰੀਅਮ ਤੋਂ ਆਇਆ ਹੈ। ਪੋਟੈਸ਼ੀਅਮ ਇਜ਼ K ਫਰੋਮ ਕੈਲੀਅਮ। Therefore each element has a name and a unique chemical symbol। ਤਾਂ ਹਰੇਕ ਐਲੀਮੈਂਟ ਦੇ ਕੋਲੋਂ ਇੱਕ ਨਾਮ ਹੈਗਾ ਤੇ ਇੱਕ ਯੂਨੀਕ ਜਿਹੜਾ ਹੈ ਉਹਦੇ ਕੋਲੋਂ ਕੈਮੀਕਲ ਸਿੰਬਲ ਹੈਗਾ। ਇਹ ਸਾਰਿਆਂ ਐਟਮਸ ਦੇ ਕੋਲੋਂ ਆਪਦਾ ਸਿੰਬਲ ਸਾਰਿਆਂ ਦੇ ਕੋਲੋਂ ਅਲੱਗ-ਅਲੱਗ ਹੈ, ਹਨਾ। ਤੁਸੀਂ ਇਹ ਨਹੀਂ ਕਹਿਣਾ ਵੀ ਇਹ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਕਹਿੰਦਾ। ਹੌਲੀ ਆਪਾਂ ਲਰਨ ਕਰਦੇ ਰਹਾਂਗੇ, ਹੌਲੀ ਆਪਾਂ ਨੂੰ ਪਤਾ ਲੱਗਦਾ ਰਹੇਗਾ। ਕੁਝ ਕੁ ਸਿੰਬਲਸ ਆਪਾਂ ਦੇਖਦੇ ਹਾਂ। ਐਲੂਮੀਨੀਅਮ A ਨਾਲ ਛੋਟੀ L, ਆਰਗਨ A ਦੇ ਨਾਲ R, ਬੇਰੀਅਮ B ਛੋਟਾ ਹੈ, ਬੋਰਨ B, ਬ੍ਰੋਮੀਨ Br, ਕੈਲਸ਼ੀਅਮ Ca, ਕਾਰਬਨ C, ਕਲੋਰੀਨ Cl, ਕੋਬਾਲਟ Co। ਏਦਾਂ ਤਰ੍ਹਾਂ ਚੱਲਦੇ ਆ ਸਾਰਿਆਂ ਦੇ ਨਾਮ, ਠੀਕ ਹੈ। ਹੋਰ ਵੀ ਹੈਗੇ ਨੇ ਐਟਮਸ, ਆਪਣੇ ਜਿਹੜੇ ਬੁੱਕ ਦੇ ਵਿੱਚ ਜਿਹੜਾ ਟੇਬਲ ਦਿੱਤਾ ਉਹ ਆਹੀ ਦਿੱਤਾ। ਸੌਰੀ, above table is given for you to refer to whenever you study about the elements। do not bother to memorize in all in one go। ਕਹਿੰਦਾ ਐਵੇਂ ਰੱਟਾ ਮਾਰਨ ਦੀ ਲੋੜ ਨਹੀਂ ਹੈਗੀ ਵੀ ਇੱਕੇ ਵਾਰੀ ਅਸੀਂ ਸਾਰੇ ਦੇ ਸਾਰੇ ਯਾਦ ਕਰ ਜਾਂਦੇ। with the passage of time and repeated usage you will automatically be able to reproduce the symbol। ਕਹਿੰਦਾ ਹੌਲੀ ਜਿਵੇਂ ਤੁਸੀਂ ਯੂਜ਼ ਕਰਦੇ ਰਹੋਗੇ ਤੁਸੀਂ ਇਹਨਾਂ ਸਿੰਬਲਸ ਦੇ ਨਾਲ ਹੈਬਚੁਅਲ ਹੋ ਜਾਓਗੇ ਤੇ ਤੁਸੀਂ ਇਹਨਾਂ ਨੂੰ ਯੂਜ਼ ਕਰ ਪਾਓਗੇ। ਤਾਂ ਹੁਣ ਤੱਕ ਆਪਾਂ ਕੀ ਪੜਿਆ? ਐਟਮ ਹੁੰਦਾ ਕੀ ਹੈ, ਇਹਦਾ ਸਾਈਜ਼ ਕੀ ਹੈ? ਤਾਂ ਇਹਦਾ ਸਾਈਜ਼ ਮਿਲੀਅਨ ਬੜਾ ਹੀ ਛੋਟਾ ਹੈ, ਬਿਲੀਅਨਸ ਟਾਈਮ ਛੋਟਾ ਹੈਗਾ, ਹਨਾ। ਤਾਂ ਆਪਾਂ ਐਵੇਂ ਵੀ ਕਹਿ ਸਕਦੇ ਹਾਂ ਕਿ ਵਾਧੂ ਸਾਰੇ ਐਟਮ ਮਿਲ ਕੇ ਫਿਰ ਇੱਕ ਛੋਟਾ ਜਿਹਾ ਟੁਕੜਾ ਪੇਜ ਦਾ ਬਣਾ ਦਿੰਦੇ। ਅੱਜ ਕੱਲ੍ਹ ਦੀਆਂ ਟੈਕਨੀਕਸ ਦੇ ਨਾਲ ਆਪਾਂ ਐਟਮਸ ਨੂੰ ਦੇਖਣਾ ਥੋੜਾ ਜਿਹਾ ਈਜ਼ੀ ਹੋ ਗਿਆ। ਪਹਿਲਾਂ ਦੇ ਵੇਲੇ 'ਚ ਆਪਾਂ ਐਟਮਸ ਨੂੰ ਦੇਖ ਨਹੀਂ ਸਕਦੇ ਸੀ। ਆਹ ਇੱਕ ਸਿਲੀਕਨ ਦੀ ਸ਼ੀਟ ਦੀ ਇਮੇਜ ਹੈ ਜਿੰਦੇ ਐਟਮਸ ਆਪਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਵਟ ਆਰ ਦਾ ਮਾਡਰਨ ਡੇ ਸਿੰਬਲਸ ਆਫ ਐਟਮਸ। ਐਟਮਸ ਦੇ ਆਪਾਂ ਸਿੰਬਲਸ ਬਾਰੇ ਪੜ੍ਹਿਆ। ਸਿੰਬਲਸ ਕੀ ਨੇ? ਡਾਲਟਨ ਵੀਰਾ ਜਿਹੜਾ ਆਇਆ ਸੀ ਉਹਨਾਂ ਨੇ ਇਹ ਸਿੰਬਲ ਯੂਜ਼ ਕੀਤੇ ਸੀ ਸਾਰੇ ਦੇ ਸਾਰੇ। ਉਸ ਤੋਂ ਬਾਅਦ ਬ੍ਰਾਜ਼ੀਲੀਅਸ ਆਇਆ, ਇਹਨਾਂ ਨੇ ਆਪਦੀ ਇੱਕ ਥਿਊਰੀ ਦਿੱਤੀ ਜਿਹਦੇ ਵਿੱਚ ਇਹ ਕਹਿੰਦੇ ਸੀ ਕਿ ਉਹਨਾਂ ਦੇ ਨੇਮਸ ਦੇ ਲੈਟਰ ਚੱਕ ਲਓ, ਹਨਾ, ਜਾਂ ਫਿਰ ਜਿੱਥੋਂ ਆਏ ਨੇ। ਫਿਰ IUPAC ਨੇ ਆ ਕੇ ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ ਆਈ। ਇਹਨਾਂ ਨੇ ਆ ਕੇ ਸਾਰਾ ਜਿਹੜਾ ਰੌਲਾ ਨਿਬੇੜ ਦਿੱਤਾ। ਇਹਨਾਂ ਨੇ ਗੱਲਾਂ ਜਿਹੜੀਆਂ ਕੀਤੀਆਂ ਉਹ ਇਹ ਸੀ ਕਿ ਲੈਟਰ ਦਾ ਪਹਿਲਾ ਵਰਡ ਵੱਡਾ ਲਿਖਣਾ ਹੈ ਜਿਹੜਾ ਵੀ ਤੁਸੀਂ ਸਿੰਬਲ ਦੇਣ ਲੱਗੇ ਹੋ ਐਟਮ ਨੂੰ, ਤੇ ਦੂਸਰਾ ਵਰਡ ਜਿਹੜਾ ਛੋਟਾ ਲਿਖਣਾ। ਜਿਵੇਂ ਹੀਲੀਅਮ ਦਾ H ਦੇ ਨਾਲ ਛੋਟੀ E, ਹਨਾ। ਫਿਰ ਕਈ ਵਾਰੀ ਕੀ ਸੀਗਾ, ਕੁਝ ਸੇਮ ਹੋਣ ਲੱਗ ਗਏ, ਹਨਾ, ਜਿਵੇਂ ਸੇਮ ਹੋਣ ਲੱਗ ਗਏ ਹੋਣਗੇ। ਫਿਰ ਉਹਨਾਂ ਨੇ ਕੀ ਕੀਤਾ, ਕੋਬਾਲਟ ਦਾ ਜਿਵੇਂ CO ਲੈ ਲਿਆ, ਹਨਾ। ਕਲੋਰੀਨ ਦੇ ਵਿੱਚ CH ਨੂੰ ਛੱਡ ਕੇ Cl ਲੈ ਲਿਆ। ਜ਼ਿੰਕ ਦੇ ਵਿੱਚ Zi ਨੂੰ ਛੱਡ ਕੇ Zn ਲੈ ਲਿਆ। ਏਦਾਂ ਤਰ੍ਹਾਂ ਵੀ ਲਿੱਤੇ ਗਏ ਤਾਂ ਆਪਾਂ ਨੂੰ ਸਾਰੇ ਦੇ ਸਾਰੇ ਹੌਲੀ ਲਰਨ ਹੋ ਜਾਣਗੇ ਜਿਵੇਂ ਆਪਾਂ ਨਾਲ ਯੂਜ਼ ਕਰਦੇ ਰਹਾਂਗੇ। ਕੱਲ ਆਪਾਂ ਕਰਾਂਗੇ ਇੱਕ ਟੌਪਿਕ ਇੰਪੋਰਟੈਂਟ ਹੈ ਥੋੜਾ ਜਿਹਾ, ਅੱਜ ਨਹੀਂ ਕਰਾ ਰਿਹਾ, ਇਸ ਕਲਾਸ ਦੇ ਵਿੱਚ ਨਹੀਂ ਕਰਾ ਰਿਹਾ ਕਿਉਂਕਿ ਇਹਨੂੰ ਮੈਂ ਇਕੱਲੇ ਨੂੰ ਕਰਾਉਣਾ ਚਾਹੁੰਦਾ। ਬਹੁਤ ਬੱਚਿਆਂ ਦਾ ਐਟੋਮਿਕ ਮਾਸ ਯੂਨਿਟ ਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ। ਮੈਨੂੰ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਨੂੰ ਵੀ ਕਨਫਿਊਜ਼ਨ ਰਹੇਗੀ। ਜੇ ਮੈਂ ਅੱਜ ਹੀ ਕਰਾ ਦਿੱਤਾ ਤਾਂ ਇੱਕ ਰਿਕੁਐਸਟ ਹੈ ਜਾਂ ਆਰਡਰ ਸਮਝ ਲਓ ਕਿ ਜਿੰਨਾ ਚੈਪਟਰ ਕਰਾਇਆ ਸਾਰਾ ਦਾ ਸਾਰਾ ਰਿਵਾਈਜ਼ ਕਰ ਲਿਓ ਤੇ ਕੱਲ ਆਪਾਂ ਕਰਾਂਗੇ ਐਟੋਮਿਕ ਮਾਸ। ਤੇ ਜੇ ਤੁਹਾਨੂੰ ਚੈਪਟਰ ਸਮਝ ਲੱਗ ਗਿਆ, ਕਲਾਸ ਦੀ ਸਮਝ ਲੱਗ ਗਈ ਤਾਂ YouTube ਤੇ ਜਿਹੜਾ ਕਮੈਂਟ ਸੈਕਸ਼ਨ ਹੈ ਉਹਦੇ 'ਚ ਕਮੈਂਟ ਕਰ ਦਿਆ ਕਰੋ, ਸਰ ਕਲਾਸ ਦੀ ਸਮਝ ਲੱਗ ਗਈ ਹੈ ਜਾਂ ਫਿਰ ਅੱਜ ਦੀ ਕਲਾਸ ਦੀ ਸਾਨੂੰ ਸਾਰੀ ਸਮਝ ਲੱਗ ਗਈ, ਤਾਂ ਕਿ ਮੈਨੂੰ ਪਤਾ ਲੱਗ ਜਾਏ ਵੀ ਡਾਊਟ ਕੋਈ ਰਿਹਾ ਨਹੀਂ। ਠੀਕ ਹੈ ਬੱਚਾ ਪਾਰਟੀ, ਥੈਂਕ ਯੂ ਐਂਡ ਵਾਂਸ ਅਗੇਨ ਹੈਪੀ ਚਿਲਡਰਨਸ ਡੇ।